ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸਾਡੇ ਵਿਸ਼ੇ ਹਨੇਰੇ ਵਿੱਚ ਸਫ਼ਰ ਦੇ ਬਾਰੇ ਸਿੱਖ ਰਹੇ ਸੀ। ਅਸੀਂ ਪਤਰਸ ਦੇ ਬਾਰੇ ਗੌਰ ਕਰ ਰਹੇ ਸੀ, ਜੋ ਕਿ ਇੱਕ ਵਿਸ਼ਵਾਸ ਨਾਲ ਭਰਿਆ ਹੋਇਆ ਚੇਲਾ ਸੀ ਅਤੇ ਉਹ ਪੂਰੀ ਤਰ੍ਹਾਂ ਵਿਸ਼ਵਾਸਯੋਗ ਵੀ ਸੀ। ਪਰ ਜਦੋਂ ਪ੍ਰਭੂ ਯਿਸੂ ਜੀ ਦਾ ਸਲੀਬ ਦੇ ਉੱਤੇ ਚੜ੍ਹਾਏ ਜਾਣ ਦੇ ਸਮੇਂ ਉਹਨਾਂ ਦਾ ਮੁਕੱਦਮਾ ਚੱਲ ਰਿਹਾ ਸੀ, ਤਾਂ ਉਹਨੇ ਪ੍ਰਭੂ ਯਿਸੂ ਜੀ ਦਾ ਇਨਕਾਰ ਕਰ ਦਿੱਤਾ। ਉਹਨੇ 3 ਵਾਰੀ ਪ੍ਰਭੂ ਯਿਸੂ ਜੀ ਦਾ ਇਨਕਾਰ ਕੀਤਾ। ਅਸੀਂ ਉਹਦੇ ਇਨਕਾਰ ਕਰਨ ਦੇ ਕਾਰਨਾਂ ਉੱਤੇ ਗੌਰ ਕੀਤਾ। ਉਮੀਦ ਹੈ ਕਿ ਉਹਨਾਂ ਕਾਰਨਾਂ ਨੂੰ ਜਾਣਨ ਤੋਂ ਬਾਅਦ ਤੁਹਾਡੀ ਆਤਮਿਕ ਜ਼ਿੰਦਗੀ ਦੇ ਵਿੱਚ ਇੱਕ ਜ਼ਬਰਦਸਤ ਵਾਧਾ ਹੋਇਆ ਹੋਵੇਗਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪ੍ਰਭੂ ਯਿਸੂ ਜੀ ਦੀ ਮਾਤਾ ਦੇ ਬਾਰੇ ਚਰਚਾ ਕਰਾਂਗੇ। ਅਸੀਂ ਇਸ ਦੇ ਲਈ ਯਹੂਨਾ ਦੀ ਅੰਜੀਲ ਦੇ 19 ਅਧਿਆਇ ਦੀ 25 ਆਇਤ ਤੋਂ ਲੈ ਕੇ 27 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਭਵਿੱਖਬਾਣੀ ਪੂਰੀ ਹੋਈ। ਨੰਬਰ 2, ਉਜਾੜ ਬਹਾਲ ਹੋਇਆ। ਨੰਬਰ 3, ਸਿਧਾਂਤ ਲਾਗੂ ਕੀਤਾ ਗਿਆ। ਨੰਬਰ 4, ਪ੍ਰਾਥਮਿਕਤਾ ਪਛਾਣੀ ਗਈ। ਸੋ ਦੋਸਤੋ, ਕੀ ਤੁਸੀਂ ਤਿਆਰ ਹੋ ਪ੍ਰਭੂ ਯਿਸੂ ਜੀ ਦੇ ਮਾਤਾ ਮਰੀਅਮ ਦੇ ਬਾਰੇ ਜਾਣਨ ਦੇ ਲਈ? ਤਾਂ ਫਿਰ ਆਓ ਆਪਣੇ ਅਧਿਐਨ ਵਿੱਚ ਚੱਲਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਆਓ ਇਸ ਭਜਨ ਨੂੰ ਸੁਣੀਏ।
ਅੱਜ ਹੋਵੇ ਜਾਂ ਕੱਲ ਹੋਵੇ, ਮੇਰੀਆਂ ਤਾਂ ਦਿਲੋਂ ਦਵਾਵਾਂ ਨੇ, ਤੇਰਾ ਮੁਖ ਮਸੀਹ ਦੇ ਵੱਲ ਹੋਵੇ, ਮੇਰੀਆਂ ਤਾਂ ਦਿਲੋਂ ਦਵਾਵਾਂ ਨੇ, ਤੇਰਾ ਮੁਖ ਮਸੀਹ ਦੇ ਵੱਲ ਹੋਵੇ। ਫਿਰ ਅਜ਼ਮਾਇਸ਼ਾਂ ਦੇ ਪਰਬਤ ਤੇ, ਫਿਰ ਅਜ਼ਮਾਇਸ਼ਾਂ ਦੇ ਪਰਬਤ ਤੇ ਕੋਈ ਵਿਰਲਾ ਕਦਮ ਟਿਕਾਵੇਗਾ। ਜਦ ਆਈਆਂ ਘੜੀਆਂ ਪਰਖਦੀਆਂ, ਆਈਆਂ ਘੜੀਆਂ ਪਰਖਦੀਆਂ, ਈਮਾਨ ਪਰਖਿਆ ਜਾਵੇਗਾ। तेरा ईमान, तेरा ईमान, ਤੇਰਾ ਈਮਾਨ ਮੇਰਾ ਈਮਾਨ। ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਯਿਸੂ ਦੀ ਮਾਂ। ਯਹੂਨਾ 19 ਦੇ 25 ਵਚਨ ਤੋਂ ਲੈ ਕੇ 27 ਵਚਨ ਤੱਕ। ਨੰਬਰ 1, ਭਵਿੱਖਬਾਣੀ ਪੂਰੀ ਹੋਈ। ਨੰਬਰ 2, ਉਜਾੜ ਬਹਾਲ ਹੋਇਆ। ਨੰਬਰ 3, ਸਿਧਾਂਤ ਲਾਗੂ ਕੀਤਾ ਗਿਆ। ਨੰਬਰ 4, ਪ੍ਰਾਥਮਿਕਤਾ ਪਹਿਚਾਣੀ ਗਈ। ਮਰੀਅਮ ਯਿਸੂ ਦੀ ਮਾਂ ਬਾਰੇ ਅਕਸਰ ਜ਼ਿਆਦਾ ਚਰਚਾ ਨਹੀਂ ਕੀਤੀ ਜਾਂਦੀ। ਤੁਹਾਡੇ ਵਿੱਚੋਂ ਇੱਥੇ ਕਈ ਹਨ ਜਿਹੜੇ ਕੈਥੋਲਿਕ ਪਰੰਪਰਾ ਵਿੱਚੋਂ ਆਏ ਹਨ, ਇਸ ਲਈ ਮਰੀਅਮ ਤੁਹਾਡੇ ਲਈ ਹਮੇਸ਼ਾ ਬਹੁਤ ਹੀ ਮਹੱਤਵਪੂਰਨ ਰਹੀ ਹੈ। ਪਰ ਮੈਂ ਸੋਚਦਾ ਹਾਂ, ਕਿਉਂਕਿ ਅਸੀਂ ਹਮੇਸ਼ਾ ਇਹ ਨਹੀਂ ਜਾਣ ਸਕੇ ਕਿ ਇਸ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ, ਕਿਉਂਕਿ ਅਸੀਂ ਇਸ ਬਾਰੇ ਕਈ ਮੌਕਿਆਂ ਤੇ ਥੋੜ੍ਹਾ ਜਿਹਾ ਸੰਵੇਦਨਸ਼ੀਲ ਮਹਿਸੂਸ ਕੀਤਾ ਹੈ। ਅਸੀਂ ਇਸ ਬਾਰੇ ਗੱਲ ਨਹੀਂ ਕੀਤੀ, ਪਰ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਹਾਂ, ਬਿਨਾਂ ਕਿਸੇ ਵਿਰੋਧ ਦੇ, ਡਰ ਦੇ, ਮਰੀਅਮ ਇਸ ਧਰਤੀ ਤੇ ਸਭ ਤੋਂ ਮਹਾਨ ਔਰਤਾਂ ਵਿੱਚੋਂ ਇੱਕ ਸੀ, ਅਤੇ ਕੋਈ ਨਾ ਕੋਈ ਕਾਰਨ ਹੋਣਾ ਸੀ ਜਿਸ ਕਰਕੇ ਸਰਬਸ਼ਕਤੀਮਾਨ ਪਰਮੇਸ਼ਰ ਨੇ ਮਰੀਅਮ ਨੂੰ ਆਪਣੇ ਪੁੱਤਰ ਯਿਸੂ ਨੂੰ ਜਨਮ ਦੇਣ ਲਈ ਮਰੀਅਮ ਨੂੰ ਇੱਕ ਵਸੀਲਾ ਬਣਾਇਆ ਸੀ। ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਰੀਅਮ ਕਿਸੇ ਵੀ ਮਨੁੱਖ ਨਾਲ ਕੋਈ ਸਬੰਧ ਬਣਾਉਣ ਤੋਂ ਬਿਨਾਂ ਗਰਭਵਤੀ ਹੋਈ ਸੀ। ਉਸ ਦੀ ਕੁੱਖ ਵਿੱਚ ਯਿਸੂ ਸੀ, ਜਿਸ ਦਾ ਪਿਤਾ ਪਵਿੱਤਰ ਸ਼ਾਸਤਰ ਮੁਤਾਬਕ ਪਵਿੱਤਰ ਆਤਮਾ ਸੀ। ਜਦੋਂ ਉਹ ਗਰਭਵਤੀ ਹੋਈ ਤਾਂ ਉਸ ਦੀ ਉਮਰ 20 ਸਾਲ ਤੋਂ ਵੀ ਘੱਟ ਸੀ। ਉਹ ਅਜੇ ਮੁਟਿਆਰ ਸੀ, ਸ਼ਾਇਦ 16 ਤੋਂ 18 ਸਾਲ ਦੀ ਉਮਰ ਦੀ। ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਕਿ ਉਸ ਨੇ ਕੀ ਸੋਚਿਆ ਹੋਵੇਗਾ ਜਦੋਂ ਦੂਤ ਨੇ ਆ ਕੇ ਉਸ ਨੂੰ ਦੱਸਿਆ ਕਿ ਉਹ ਸਾਡੇ ਪ੍ਰਭੂ ਦੀ ਮਾਂ ਹੋਵੇਗੀ। ਉਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਉਸ ਨੇ ਜ਼ਿੰਦਗੀ ਭਰ ਸਾਹਮਣਾ ਕੀਤਾ ਸੀ, ਅਖੀਰ ਯਹੂਨਾ ਦੀ ਅੰਜੀਲ 19 ਅਧਿਆਇ ਵਿੱਚ ਪੂਰੀਆਂ ਹੋਈਆਂ। ਅਤੇ ਉੱਥੇ ਤੁਸੀਂ ਵੇਖਦੇ ਹੋ ਯਿਸੂ ਮਸੀਹ ਸਲੀਬ ਤੇ ਟੰਗਿਆ ਹੋਇਆ ਅਤੇ ਸਲੀਬ ਤੋਂ ਉਹ ਆਪਣੀ ਮਾਂ ਨੂੰ ਪਛਾਣਦਾ ਹੈ। ਆਪਣੀਆਂ ਬਾਈਬਲਾਂ ਵਿੱਚ ਵੇਖੋ, ਜਦੋਂ ਮੈਂ ਇਹ ਆਪਣੀ ਬਾਈਬਲ ਵਿੱਚੋਂ ਪੜ੍ਹਦਾ ਹਾਂ, ਯਹੂਨਾ 19 ਦੇ 25 ਤੋਂ 27 ਵਚਨ, ਅਤੇ ਯਿਸੂ ਦੀ ਸਲੀਬ ਦੇ ਮੋਢੇ ਉਹਦੀ ਮਾਂ ਔਰ ਉਹਦੀ ਮਾਸੀ ਕਲੋਪਸ ਦੀ ਪਤਨੀ ਮਰੀਅਮ ਮਗਦਲੀਨੀ ਖਲੋਤੀਆਂ ਸਨ। ਤਦ ਯਿਸੂ ਨੇ ਆਪਣੀ ਮਾਤਾ ਨੂੰ ਅਤੇ ਉਸਦੇ ਚੇਲੇ ਨੂੰ, ਜਿਹਦੇ ਨਾਲ ਉਹ ਪਿਆਰ ਕਰਦਾ ਸੀ, ਖਲੋਤੇ ਵੇਖ ਕੇ ਉਹਨੂੰ ਆਖਿਆ, ਹੇ ਬੀਬੀ, ਉਹ ਵੇਖ ਤੇਰਾ ਪੁੱਤਰ। ਫਿਰ ਉਸ ਚੇਲੇ ਨੂੰ ਕਿਹਾ, ਉਹ ਵੇਖ ਤੇਰੀ ਮਾਤਾ। ਅਤੇ ਉਸੇ ਵੇਲਿਓ ਉਹ ਚੇਲਾ ਉਸ ਨੂੰ ਆਪਣੇ ਘਰ ਲੈ ਗਿਆ। ਹੁਣ ਆਪਣੀ ਮਾਂ ਬਾਰੇ ਯਿਸੂ ਦਾ ਇਹ ਬਿਆਨ 7 ਕਲਮਿਆਂ ਵਿੱਚੋਂ ਇੱਕ ਹੈ ਜੋ ਯਿਸੂ ਨੇ ਸਲੀਬ ਤੇ ਕਹੇ। ਆਮ ਤੌਰ ਤੇ ਇਹਨਾਂ ਸ਼ਬਦਾਂ ਬਾਰੇ ਈਸਟਰ ਤੇ ਪ੍ਰਚਾਰ ਕੀਤਾ ਜਾਂਦਾ ਹੈ। ਸਲੀਬ ਤੇ ਕਹੇ ਗਏ ਤੀਜੇ ਸ਼ਬਦ ਨੂੰ ਸਾਡੇ ਪ੍ਰਭੂ ਦੀ ਮੌਤ ਦੀ ਚਰਚਾ ਵਿੱਚੋਂ ਅਕਸਰ ਛੱਡ ਦਿੱਤਾ ਜਾਂਦਾ ਹੈ, ਪਰ ਪਵਿੱਤਰ ਸ਼ਾਸਤਰ ਦੀਆਂ ਇਹਨਾਂ 3 ਛੋਟੀਆਂ ਐਤਾਂ ਵਿੱਚ ਯਿਸੂ ਸੰਦੀਪਤਾ ਲਈ ਮਾਂ ਦੇ ਕਿਰਦਾਰ ਨੂੰ ਵਡਿਆਉਂਦਾ ਹੈ। ਸਲੀਬ ਤੇ ਆਪਣੀ ਪੀੜਾ ਦੇ
ਆਖਰੀ ਪਲਾਂ ਵਿੱਚ ਉਹ ਇਸ ਦੇ ਆਪਣੇ ਦੁੱਖਾਂ ਵੱਲੋਂ ਮੁੜ ਕੇ ਆਪਣੀ ਦੁਨਿਆਵੀ ਮਾਂ ਨੂੰ ਵੇਖਦਾ ਹੈ। ਉਸ ਦੀ ਕੁੱਖ ਵਿੱਚ ਪਵਿੱਤਰ ਆਤਮਾ ਰਾਹੀਂ ਠਹਿਰ ਕੇ ਉਸ ਦੀ ਕੁੱਖ ਵਿੱਚ ਪਲ ਕੇ ਆਪਣੀ ਪੂਰੀ ਜ਼ਿੰਦਗੀ ਉਸ ਦਾ ਲਾਡ ਪਿਆਰ ਲੈ ਕੇ ਹੁਣ ਉਹ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਆਪਣੀ ਮਾਂ ਵੱਲ ਤੱਕਦਾ ਹੈ। ਸਲੀਬ ਦੇ ਨੇੜੇ ਮਰੀਅਮ, ਕਲੋਪਸ ਦੀ ਪਤਨੀ ਅਤੇ ਸਲੋਮੀ ਅਤੇ ਯਹੂਨਾ ਦੀ ਮਾਂ ਅਤੇ ਮਰੀਅਮ ਮਗਦਲੀਨੀ ਅਤੇ ਉਸ ਦੀ ਆਪਣੀ ਮਾਂ ਖੜੀਆਂ ਸਨ। ਜਦੋਂ ਯਿਸੂ ਆਪਣੀ ਮਾਂ ਅਤੇ ਆਪਣੇ ਚੇਲੇ ਨੂੰ ਹਦਾਇਤ ਦੇ ਹਟਿਆ, ਉਹ ਸਲੀਬ ਤੇ ਇੱਕ ਖੌਫਨਾਕ ਮੌਤ ਮਰਿਆ। ਅਤੇ ਬਾਈਬਲ ਕਹਿੰਦੀ ਹੈ, ਜਦੋਂ ਉਹ ਗਲਗਥਾ ਤੋਂ ਚਲੇ ਗਏ, ਉਹ ਆਪਣੇ ਆਪਣੇ ਘਰ ਚਲੇ ਗਏ ਅਤੇ ਯਹੂਨਾ ਮਰੀਅਮ ਨੂੰ ਪ੍ਰਭੂ ਦੇ ਕਹੇ ਅਨੁਸਾਰ ਆਪਣੇ ਘਰ ਲੈ ਗਿਆ। ਇਹਨਾਂ 3 ਐਤਾਂ ਵਿੱਚ ਸਾਡੇ ਲਈ ਮਦਰ ਡੇ ਜਾਂ ਮਾਂ ਦੇ ਦਿਨ ਤੇ ਧਿਆਨ ਕਰਨ ਲਈ 3 ਅਦਭੁਤ ਸੱਚਾਈਆਂ ਹਨ। ਨੰਬਰ 1, ਭਵਿੱਖਬਾਣੀ ਪੂਰੀ ਹੋਈ। ਸਭ ਤੋਂ ਪਹਿਲਾਂ ਸ਼ਾਇਦ ਅਸੀਂ ਇਸ ਨੂੰ ਧਿਆਨ ਦਿੱਤੇ ਬਿਨਾਂ ਹੀ ਛੱਡ ਦਈਏ। ਜਿੰਨੀ ਦੇਰ ਅਸੀਂ ਇਸ ਦੇ ਪਿੜੋਕੜ ਦਾ ਅਧਿਐਨ ਨਹੀਂ ਕਰਦੇ, ਪਰ ਇਸ ਸਲੀਬ ਦੇ ਇਸ ਦੁਖਦਾਈ ਪਲ ਵਿੱਚ ਜਦੋਂ ਯਿਸੂ ਆਪਣੀ ਮਾਂ ਵੱਲ ਮੁੜਦਾ ਹੈ, ਇੱਕ ਭਵਿੱਖਬਾਣੀ ਪੂਰੀ ਹੁੰਦੀ ਹੈ, ਇੱਕ ਨਬੂਵਤ ਪੂਰੀ ਹੁੰਦੀ ਹੈ। ਇੱਕ ਭਵਿੱਖਬਾਣੀ ਯਿਸੂ ਦੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਜਦੋਂ ਉਹ ਹਾਲੇ ਬੱਚਾ ਹੀ ਸੀ। ਉਸ ਦੇ ਮਾਂ-ਬਾਪ ਯਿਸੂ ਨੂੰ 2 ਬਜ਼ੁਰਗ ਸ਼ਮਾਉਨ ਅਤੇ ਅੰਨਾ ਨੂੰ ਵਿਖਾਉਣ ਲਈ ਲੈ ਕੇ ਗਏ। ਲੂਕਾ 2 ਦੇ 34 ਤੇ 35 ਵਚਨ ਵਿੱਚ ਅਸੀਂ ਪੜ੍ਹਦੇ ਹਾਂ ਇਹਨਾਂ 2 ਬਜ਼ੁਰਗਾਂ ਨਾਲ ਯਿਸੂ ਦੀ ਮੁਲਾਕਾਤ ਬਾਰੇ। ਜਦੋਂ ਮਰੀਅਮ ਯਿਸੂ ਨੂੰ ਸ਼ਮਾਉਨ ਕੋਲ ਲੈ ਆਈ, ਸਾਨੂੰ ਦੱਸਿਆ ਗਿਆ ਹੈ ਕਿ ਉਸਨੇ ਯਿਸੂ ਨੂੰ ਆਪਣੇ ਕੁੱਛੜ ਲਿਆ। ਸ਼ਮਾਉਨ ਨੇ ਉਹਨੂੰ ਅਸ਼ੀਸ਼ ਦਿੱਤੀ ਅਤੇ ਉਹਦੀ ਮਾਤਾ ਮਰੀਅਮ ਨੂੰ ਆਖਿਆ, ਵੇਖ, ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਲਈ ਠਹਿਰਾਇਆ ਹੋਇਆ ਹੈ ਅਤੇ ਇੱਕ ਨਿਸ਼ਾਨ ਲਈ ਜਿਹਦੇ ਵਿਰੁੱਧ ਗੱਲਾਂ ਹੋਣਗੀਆਂ, ਸਗੋਂ ਤਲਵਾਰ ਵੀ ਤੇਰੀ ਜਿੰਦ ਦੇ ਵਿੱਚੋਂ ਦੀ ਫਿਰ ਜਾਵੇਗੀ, ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਸੋਚਾਂ ਪ੍ਰਗਟ ਹੋ ਜਾਣ। ਜਦੋਂ ਯਿਸੂ ਬਾਲਕ ਸੀ, ਆਪਣੀ ਮਾਂ ਦੇ ਕੁੱਛੜ ਸ਼ਮਊਨ ਨੇ ਮਰੀਅਮ ਨੂੰ ਇਹ ਭਵਿੱਖਬਾਣੀ ਦਿੱਤੀ। ਉਸਨੇ ਮਰੀਅਮ ਨੂੰ ਕਿਹਾ ਕਿ ਇਸ ਬਾਲਕ ਦੇ ਕਾਰਨ ਇਸਰਾਏਲ ਵਿੱਚ ਬਹੁਤਿਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ, ਪਰ ਇਸ ਬਾਲਕ ਦੇ ਕਾਰਨ ਤਲਵਾਰ ਤੇਰੀ ਜਿੰਦ ਦੇ ਵਿੱਚੋਂ ਦੀ ਫਿਰ ਜਾਵੇਗੀ। ਮਰੀਅਮ, ਕਿਉਂਕਿ ਇਹ ਬਾਲਕ ਤੇਰੇ ਘਰ ਜਨਮ ਲਵੇਗਾ, ਤੈਨੂੰ ਆਪਣੀ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਹੋਵੇਗਾ। ਅਤੇ ਯਿਸੂ ਦੇ ਸਲੀਬ ਦਿੱਤੇ ਜਾਣ ਸਮੇਂ ਮਰੀਅਮ ਨਾਲ ਜੋ ਹੋਇਆ, ਉਹ ਇਸ ਭਵਿੱਖਬਾਣੀ ਦਾ ਪੂਰਾ ਹੋਣਾ ਸੀ। ਯਿਸੂ ਦੇ ਸਲੀਬ ਦਿੱਤੇ ਜਾਣ ਤੋਂ 30 ਸਾਲ ਪਹਿਲਾਂ ਸ਼ਮਊਨ ਨੇ ਮਰੀਅਮ ਨੂੰ ਦੱਸਿਆ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਇਹ ਦੁੱਖ ਦਾ ਪਲ ਹੋਵੇਗਾ। ਮੈਂ ਇਸ ਦੀ ਕਲਪਨਾ ਨਹੀਂ ਕਰ ਸਕਦਾ ਕਿ ਮਰੀਅਮ ਤੇ ਉਸ ਸਮੇਂ ਕੀ ਬੀਤਿਆ ਹੋਵੇਗਾ। ਸ਼ਾਇਦ ਉਹ ਆਪਣੇ ਨਵੇਂ ਜਨਮੇ ਪੁੱਤਰ ਦੀ ਖੁਸ਼ੀ ਵਿੱਚ ਇੰਨੀ ਰੁੱਝ ਗਈ ਹੋਵੇ ਕਿ ਉਹ ਇਹ ਸਮਝ ਹੀ ਨਹੀਂ ਸਕੀ ਕਿ ਉਸ ਨੂੰ ਕੀ ਕਿਹਾ ਜਾ ਰਿਹਾ ਸੀ। ਜਦੋਂ ਤੁਹਾਡੇ ਛੋਟੇ-ਛੋਟੇ ਬੱਚੇ ਹੁੰਦੇ ਹਨ, ਤਾਂ ਦੂਜੇ ਜੋ ਕਹਿੰਦੇ ਹਨ, ਤੁਸੀਂ ਉਸ ਨੂੰ ਧਿਆਨ ਨਾਲ ਨਹੀਂ ਸੁਣਦੇ ਹੋ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਵਿੱਚ, ਖਾਸ ਕਰਕੇ ਪਹਿਲੇ ਬੱਚੇ ਦੀ ਜ਼ਿੰਮੇਵਾਰੀ ਵਿੱਚ ਬਹੁਤ ਹੀ ਰੁੱਝ ਜਾਂਦੇ ਹੋ। ਕੀ ਇਹ ਸੱਚ ਨਹੀਂ ਹੈ? ਪਰ ਹੁਣ ਜਦੋਂ ਉਹ ਸਲੀਬ ਤੇ ਚਰਨਾਂ ਵਿੱਚ ਖੜੀ ਹੈ, ਤਾਂ ਯਕੀਨਨ ਉਸ ਨੂੰ ਸ਼ਮਊਨ ਦੇ ਕਹੇ ਸ਼ਬਦ ਚੇਤੇ ਆਏ ਹੋਣਗੇ, ਤਲਵਾਰ ਉਸ ਦੀ ਜਿੰਦ ਦੇ ਵਿੱਚੋਂ ਦੀ ਫਿਰ ਜਾਵੇਗੀ ਅਤੇ ਉਸ ਦੇ ਦਿਲ ਵਿੱਚੋਂ ਲਹੂ ਵਹਿ ਰਿਹਾ ਹੈ ਅਤੇ ਉਸ ਦਾ ਦਿਲ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਮੈਨੂੰ ਇਹ ਦੁਖਦਾਈ ਪਲ ਬਾਰੇ ਯਾਦ ਹੈ ਜੋ ਪੈਸ਼ਨ ਆਫ ਕ੍ਰਾਈਸਟ ਫਿਲਮ ਵਿੱਚ ਵਿਖਾਇਆ ਗਿਆ ਹੈ, ਅਤੇ ਜਦੋਂ ਤੱਕ ਤੁਸੀਂ ਇਸ ਪਲ ਤੇ ਮਨਨ ਨਹੀਂ ਕਰਦੇ, ਤਦ ਤੱਕ ਤੁਸੀਂ ਪਹਿਲੀ ਵਾਰ ਇਸ ਨੂੰ ਵੇਖਣ ਨਾਲ ਇਸ ਦੇ ਮਹੱਤਵ ਨੂੰ ਨਹੀਂ ਸਮਝ ਸਕਦੇ। ਪਰ ਫਿਲਮ ਦੀ ਸ਼ੁਰੂਆਤੀ ਹਿੱਸੇ ਵਿੱਚ ਜਦੋਂ ਮਰੀਅਮ ਅਤੇ ਯਿਸੂ ਇਕੱਠੇ ਹਨ ਅਤੇ ਯਿਸੂ ਨੂੰ ਚੋਟ ਲੱਗ ਜਾਂਦੀ ਹੈ ਅਤੇ ਉਸ ਦੀ ਮਾਂ ਮਰੀਅਮ ਆਉਂਦੀ ਹੈ ਅਤੇ ਉਸ ਨੂੰ ਖੜਾ ਕਰਕੇ ਉਸ ਨੂੰ ਲਾਡ ਕਰਦੀ ਹੈ ਅਤੇ ਉਸ ਦੀ ਪਰਵਾਹ ਕਰਦੀ ਹੈ, ਇਹ ਅਸਲ ਵਿੱਚ ਪਵਿੱਤਰ ਸ਼ਾਸਤਰ ਵਿੱਚ ਨਹੀਂ ਪਾਇਆ ਜਾਂਦਾ। ਇਹ ਸਿਰਫ ਇੱਕ ਕਲਪਨਾ ਕੀਤੀ ਗਈ ਹੈ ਅਤੇ ਇਸ ਤਰ੍ਹਾਂ ਕਈ ਵਾਰ ਹੋਵੇਗਾ, ਕਿਉਂਕਿ ਯਿਸੂ ਇੱਕ ਚੁਸਤ ਦਰੁਸਤ ਮੁੰਡਾ ਸੀ। ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਸ ਫਿਲਮ ਦੇ ਪ੍ਰੋਡਿਊਸਰ ਨੇ ਸਾਨੂੰ ਉਸ ਰਿਸ਼ਤੇ ਦੀ ਇਨਸਾਨੀਅਤ ਨੂੰ ਸਮਝਣ ਵਿੱਚ ਸਾਡੀ ਮਦਦ ਕੀਤੀ ਹੈ ਕਿ ਉਹ ਵੀ ਦੂਜਿਆਂ ਮਾਵਾਂ ਵਾਂਗ ਵਰਗੀ ਹੀ ਸੀ ਅਤੇ ਯਿਸੂ ਵੀ ਦੂਜੇ ਜਵਾਨ ਮੁੰਡਿਆਂ ਵਰਗਾ ਹੀ ਸੀ। ਅਤੇ ਉਹ ਦਰਦ ਜੋ ਉਸ ਨੇ ਮਹਿਸੂਸ ਕੀਤਾ ਜਦੋਂ ਉਸ ਦੇ ਛੋਟੇ ਮੁੰਡੇ ਨੂੰ ਸੱਟ ਲੱਗੀ, ਉਸ ਨੂੰ ਬਾਰ-ਬਾਰ ਵਧਾ ਕੇ ਦੱਸਿਆ ਗਿਆ। ਜਦੋਂ ਉਸ ਦੇ ਮੁੰਡੇ ਨੂੰ ਕੁੱਟਿਆ, ਮਾਰਿਆ ਗਿਆ ਤੇ ਅਖੀਰ ਸਲੀਬ ਤੇ ਚੜ੍ਹਾ ਦਿੱਤਾ ਗਿਆ। ਜੇਮਸ ਸਟਾਕਰ, ਜਿਸ ਨੇ ਯਿਸੂ ਦੀ ਜ਼ਿੰਦਗੀ ਬਾਰੇ ਕਈ ਸੰਸਕਰਨਾਂ ਵਿੱਚ ਲਿਖਿਆ ਹੈ, ਇਸ ਤਰ੍ਹਾਂ ਵਰਣਨ ਕਰਦਾ ਹੈ। ਉਸਨੇ ਲਿਖਿਆ,
ਉਹ ਉਸ ਦੀਆਂ ਨਜ਼ਰਾਂ ਸਾਹਮਣੇ ਸਲੀਬ ਤੇ ਟੰਗਿਆ ਗਿਆ, ਪਰ ਮਰੀਅਮ ਬੇਸਹਾਰਾ ਸੀ। ਉਸ ਦੇ ਜ਼ਖਮਾਂ ਵਿੱਚੋਂ ਲਹੂ ਬਹਿ ਰਿਹਾ ਸੀ, ਪਰ ਉਹ ਉਹਨਾਂ ਨੂੰ ਛੂਹਣ ਦੀ ਹਿੰਮਤ ਨਹੀਂ ਸੀ ਕਰ ਸਕਦੀ। ਉਸ ਦਾ ਮੂੰਹ ਤੇਹ ਨਾਲ ਸੁੱਕ ਗਿਆ, ਪਰ ਉਹ ਇਸ ਨੂੰ ਗਿੱਲਾ ਨਹੀਂ ਸੀ ਕਰ ਸਕਦੀ। ਉਸ ਦੇ ਹੱਥਾਂ ਪੈਰਾਂ ਵਿੱਚ ਕਿੱਲ ਠੋਕੇ ਜਾ ਰਹੇ ਸਨ ਅਤੇ ਪੀੜ ਮਰੀਅਮ ਨੂੰ ਹੋ ਰਹੀ ਸੀ। ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਉਸ ਦੇ ਦਿਲ ਦੇ ਆਲੇ ਦੁਆਲੇ ਅੱਗ ਦੀਆਂ ਲਾਟਾਂ ਸਨ। ਆਪਣੀ ਪੂਰੀ ਜ਼ਿੰਦਗੀ ਪ੍ਰਭੂ ਯਿਸੂ ਨੇ ਉਹਨਾਂ ਬੱਚਿਆਂ ਦਾ ਮਨੋਰੰਜਨ ਕੀਤਾ ਜਿਨ੍ਹਾਂ ਨੂੰ ਉਹਨਾਂ ਦੀਆਂ ਮਾਵਾਂ ਯਿਸੂ ਕੋਲ ਲੈ ਕੇ ਆਈਆਂ। ਯਿਸੂ ਇਸ ਗੱਲ ਲਈ ਮਸ਼ਹੂਰ ਸੀ। ਦਰਅਸਲ ਮਤੀ 19:14 ਵਿੱਚ ਅਸੀਂ ਉਸ ਨੂੰ ਇਹ ਕਹਿੰਦੇ ਸੁਣਦੇ ਹਾਂ, ਬਾਲਕਾਂ ਨੂੰ ਕੁਝ ਨਾ ਆਖੋ ਔਰ ਉਹਨਾਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਨਾ ਵਰਜੋ, ਕਿਉਂ ਜੋ ਸਵਰਗ ਦਾ ਰਾਜ ਇਹੋ ਜਿਹਾਂ ਦਾ ਹੈ। ਅਤੇ ਹੁਣ ਉਸ ਦੀ ਮਾਂ ਖਲੋ ਕੇ ਆਪਣੇ ਪਿਆਰੇ ਪੁੱਤ ਨੂੰ ਵੇਖ ਰਹੀ ਹੈ ਅਤੇ ਅਸੀਂ ਲਗਭਗ ਉਸ ਦੇ ਦਿਲ ਨੂੰ ਰੋਂਦਿਆਂ ਸੁਣ ਸਕਦੇ ਹਾਂ ਜਦੋਂ ਉਹ ਉਸ ਵੱਲ ਵੇਖਦੀ ਅਤੇ ਕਹਿੰਦੀ ਹੈ, ਉਹ ਮੇਰੇ ਪੁੱਤਰ, ਮੇਰਾ ਅਦਭੁਤ ਪੁੱਤਰ ਅਤੇ ਇਸ ਤੋਂ ਵੀ ਵੱਧ ਮੇਰਾ ਪ੍ਰਭੂ ਅਤੇ ਮੇਰਾ ਪਰਮੇਸ਼ਰ। ਮੈਂ ਇਸ ਖੁਸ਼ ਦਿਨ ਵਿੱਚ ਨਿਰਾਸ਼ ਨਹੀਂ ਹੋਣਾ ਚਾਹੁੰਦਾ, ਪਰ ਮੈਂ ਉਹ ਸੱਚਾਈ ਦੇ ਸ਼ਬਦ ਬੋਲਦਾ ਹਾਂ ਜੋ ਸਾਰੀਆਂ ਮਾਵਾਂ ਸਮਝਦੀਆਂ ਹਨ। ਕਈ ਵਾਰ ਮਾਂ ਬਣਨਾ ਬੜਾ ਦਰਦਨਾਕ ਹੁੰਦਾ ਹੈ ਅਤੇ ਇਹ ਦਰਦ ਬੱਚੇ ਦੇ ਜਨਮ ਲੈਣ ਤੇ ਹੀ ਖਤਮ ਨਹੀਂ ਹੋ ਜਾਂਦਾ। ਕਿਸੇ ਨੇ ਕਿਹਾ ਹੈ ਕਿ ਸਾਨੂੰ ਇਸ ਸਭ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਬੱਚੇ ਦੇ ਜਨਮ ਲੈਣ ਦੀਆਂ ਪੀੜਾਂ ਨਾਲ ਤਾਂ ਇਸ ਦੀ ਸਿਰਫ ਸ਼ੁਰੂਆਤ ਹੁੰਦੀ ਹੈ, ਤੁਸੀਂ ਜਾਣਦੇ ਹੋ। ਪਰ ਮੈਂ ਇੱਕ ਪਾਸਟਰ ਅਤੇ ਇੱਕ ਬਾਪ ਹੋਣ ਦੇ ਨਾਤੇ ਇਸ ਬਾਰੇ ਬਹੁਤ ਕੁਝ ਜਾਣ ਗਿਆ ਹਾਂ ਕਿ ਤੁਸੀਂ ਦਰਦ ਤੋਂ ਬਿਨਾਂ ਮਾਂ-ਬਾਪ ਦੇ ਅਨੁਭਵ ਵਿੱਚੋਂ ਨਹੀਂ ਗੁਜ਼ਰ ਸਕਦੇ। ਹੁਣ ਮੈਂ ਬੱਚੇ ਦੇ ਜਨਮ ਲੈਣ ਸਮੇਂ ਹੋਣ ਵਾਲੀਆਂ ਪੀੜਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਮਾਂ-ਬਾਪ ਹੋਣ ਦੀਆਂ ਪੀੜਾਂ ਦੀ ਗੱਲ ਕਰ ਰਿਹਾ ਹਾਂ। ਦਰਅਸਲ ਮੈਂ ਇਹ ਨਿਚੋੜ ਕੱਢਿਆ ਹੈ ਕਿ ਮਾਂ-ਬਾਪ ਹੋਣ ਦੀ ਪੀੜ ਵਰਗੀ ਕੋਈ ਪੀੜ ਨਹੀਂ ਹੈ। ਇਹ ਤੁਹਾਡੀ ਆਪਣੀ ਦਰਦ ਨਹੀਂ ਹੁੰਦੀ। ਇਹ ਇਹੋ ਜਿਹਾ ਪੀੜ ਹੈ ਜਾਂ ਦਰਦ ਹੈ ਜਿਸ ਬਾਰੇ ਤੁਸੀਂ ਬੇਸਹਾਰਾ ਮਹਿਸੂਸ ਕਰਦੇ ਹੋ ਅਤੇ ਤੁਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ। ਕਈ ਵਾਰ ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਬੱਚੇ ਨੂੰ ਸੱਟ ਲੱਗ ਜਾਂਦੀ ਹੈ ਜਾਂ ਉਹ ਬਿਮਾਰ ਹੁੰਦਾ ਹੈ। ਮੈਨੂੰ ਯਾਦ ਹੈ ਜਦੋਂ ਸਾਡਾ ਪਹਿਲਾ ਬੱਚਾ ਹੋਇਆ ਸੀ, ਇੱਕ ਛੋਟੀ ਜਿਹੀ ਬਿਮਾਰੀ ਵੀ ਸਾਡੇ ਲਈ ਇੱਕ ਵੱਡੀ ਦੁਰਘਟਨਾ ਹੁੰਦੀ ਸੀ ਅਤੇ ਅਸੀਂ ਉਸ ਬੱਚੇ ਦੀ ਦੇਖਭਾਲ ਲਈ ਉਸੇ ਵੇਲੇ ਐਮਰਜੈਂਸੀ ਰੂਮ ਵਿੱਚ ਚਲੇ ਜਾਂਦੇ ਸੀ ਅਤੇ ਦੂਜੇ ਬੱਚੇ ਹੋਣ ਤੇ ਅਸੀਂ ਥੋੜ੍ਹੇ ਜਿਹੇ ਹੌਲੇ ਪੈ ਗਏ ਅਤੇ ਜਦੋਂ ਸਾਡੇ 4 ਬੱਚੇ ਹੋ ਗਏ ਤਾਂ ਫਿਰ ਕੋਈ ਗੱਲ ਨਹੀਂ ਸੀ। ਤੁਸੀਂ ਜਾਣਦੇ ਹੋ, ਤੁਸੀਂ ਰਾਤ ਵੀ ਗੁਜ਼ਾਰ ਸਕਦੇ ਹੋ। ਕਈ ਵਾਰ ਤੁਹਾਨੂੰ ਉਸ ਦਿਸ਼ਾ ਦੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਤੁਹਾਡਾ ਬੱਚਾ ਚੁਣਦਾ ਹੈ। ਜਦੋਂ ਉਹ ਆਪਣੇ ਫੈਸਲਾ ਆਪ ਕਰਨ ਲੱਗਦਾ ਹੈ। ਔਰਤੋ, ਮੈਂ ਜੋ ਕਹਿ ਰਿਹਾ ਹਾਂ ਉਹ ਹੈ ਕਿ ਜੇ ਤੁਸੀਂ ਮਾਂ ਹੋਣ ਦੇ ਨਾਤੇ ਕਿਸੇ ਕਿਸਮ ਦੀ ਦਰਦ ਜਾਂ ਪੀੜਾ ਮਹਿਸੂਸ ਕੀਤੀ ਹੈ, ਪ੍ਰਭੂ ਦੇ ਮਾਂ ਨੇ ਵੀ ਉਹ ਹੀ ਦਰਦ ਮਹਿਸੂਸ ਕੀਤੀ ਹੈ। ਤੁਸੀਂ ਇੱਕ ਚੰਗੀ ਪਰੰਪਰਾ ਵਿੱਚ ਹੋ, ਹੈ ਕਿ ਨਹੀਂ? ਬਾਈਬਲ ਕਹਿੰਦੀ ਹੈ ਕਿ ਇੱਕ ਤਲਵਾਰ ਉਸ ਦੀ ਜਿੰਦ ਦੇ ਵਿੱਚੋਂ ਦੀ ਫਿਰ ਗਈ ਅਤੇ ਇਹ ਸਿਰਫ ਯਿਸੂ ਦੇ ਸਲੀਬ ਦਿੱਤੇ ਜਾਣ ਸਮੇਂ ਹੀ ਨਹੀਂ ਹੋਇਆ ਸੀ। ਮਰੀਅਮ ਨੂੰ ਕਿੰਨਾ ਦੁੱਖ ਹੋਇਆ ਹੋਵੇਗਾ ਜਦੋਂ ਸਰਾਂ ਵਿੱਚ ਥਾਂ ਨਹੀਂ ਸੀ ਅਤੇ ਉਸ ਨੇ ਆਪਣੇ ਬੱਚੇ ਨੂੰ ਇੱਕ ਖੁਰਲੀ ਵਿੱਚ ਰੱਖਣਾ ਪਿਆ। ਉਸ ਨੂੰ ਕਿੰਨਾ ਦੁੱਖ ਹੋਇਆ ਹੋਵੇਗਾ ਜਦੋਂ ਉਸ ਨੂੰ ਪਤਾ ਲੱਗਾ ਕਿ ਹੈਰੋਦੇਸ ਨੇ ਉਸ ਦੇ ਪੁੱਤਰ ਨੂੰ ਮਾਰਨ ਦੇ ਮਕਸਦ ਨਾਲ ਸਾਰੇ ਬਾਲਕਾਂ ਨੂੰ ਕਤਲ ਕਰਵਾ ਦਿੱਤਾ ਸੀ। ਉਸ ਨੂੰ ਕਿੰਨਾ ਦੁੱਖ ਹੋਇਆ ਹੋਵੇਗਾ ਜਦੋਂ ਉਸ ਨੂੰ ਹੈਰੋਦੇਸ ਦੇ ਕਾਰਨ ਮਜਬੂਰਨ ਉੱਪਰਲੇ ਦੇਸ਼ ਵਿੱਚ ਮਿਸਰ ਵਿੱਚ ਜਾ ਕੇ ਕਈ ਸਾਲ ਤੱਕ ਰਹਿਣਾ ਪਿਆ ਹੋਵੇਗਾ। ਉਸ ਨੂੰ ਕਿੰਨਾ ਦੁੱਖ ਹੋਇਆ ਹੋਵੇਗਾ ਜਦੋਂ ਉਸ ਦੇ ਪੁੱਤਰ ਨੂੰ ਮਨੁੱਖਾਂ ਦੁਆਰਾ ਠੁਕਰਾਇਆ ਗਿਆ ਹੋਵੇਗਾ ਅਤੇ ਨਫ਼ਰਤ ਕੀਤੀ ਗਈ ਹੋਵੇਗੀ। ਆਪਣਿਆਂ ਕੋਲ ਆਇਆ ਅਤੇ ਉਸ ਦੇ ਆਪਣਿਆਂ ਨੇ ਉਸ ਨੂੰ ਕਬੂਲ ਨਾ ਕੀਤਾ। ਉਸ ਨੂੰ ਕਿੰਨਾ ਦੁੱਖ ਹੋਇਆ ਹੋਵੇਗਾ ਜਦੋਂ ਉਸ ਦੇ ਆਪਣੇ ਦੇਸ਼ ਜਾਂ ਕੌਮ ਦੇ ਲੋਕਾਂ ਨੇ ਉਸ ਨੂੰ ਨਫ਼ਰਤ ਕੀਤੀ ਅਤੇ ਸਤਾਇਆ। ਕੌਣ ਇਸ ਦਾ ਅੰਦਾਜ਼ਾ ਲਾ ਸਕਦਾ ਹੈ ਕਿ ਉਹ ਕਿੰਨੇ ਦੁੱਖ ਵਿੱਚੋਂ ਗੁਜ਼ਰੀ ਹੋਵੇਗੀ ਜਦੋਂ ਉਹ ਸਲੀਬ ਦੇ ਲਾਗੇ ਖੜੀ ਹੋ ਕੇ ਇਹ ਸਭ ਦੇਖਦੀ ਹੋਵੇਗੀ। ਜੇ ਯਿਸੂ ਦੁੱਖ ਸਹਿਣ ਵਾਲਾ ਸੀ ਤਾਂ ਉਸ ਦੀ ਮਾਂ ਵੀ ਦੁੱਖ ਸਹਿਣ ਵਾਲੀ ਸੀ। ਬੈਤਲਹਮ ਦਾ ਬਾਲਕ, ਨਾਸਰਤ ਦਾ ਮੁੰਡਾ, ਤਰਖਾਨ ਦੀ ਦੁਕਾਨ ਤੇ ਕੰਮ ਕਰਨ ਵਾਲਾ, ਗਲੀਲ ਦਾ ਪਰਦ ਪੁਰਸ਼, ਗੁਰੂ ਜਿਸ ਦੀ ਕਿਸੇ ਨੇ ਕੋਈ ਤੁਲਨਾ ਨਹੀਂ ਸੀ ਕੀਤੀ ਜਾ ਸਕਦੀ।
ਚਮਤਕਾਰ ਕਰਨ ਵਾਲਾ ਸ਼ਕਤੀਸ਼ਾਲੀ ਮਨੁੱਖ, ਧੀਰਜ ਰੱਖਣ ਵਾਲਾ ਹਲੀਮ ਮਨੁੱਖ, ਮਰੀਅਮ ਦਾ ਆਪਣਾ ਪੁੱਤਰ ਦੁੱਖ ਅਤੇ ਮੌਤ ਵਿੱਚ ਉਸ ਦੇ ਸਾਹਮਣੇ ਤੜਫ ਰਿਹਾ ਹੈ। ਕਵੀ ਨੇ ਇਸ ਦੁੱਖ ਨੂੰ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਸਲੀਬ ਦੇ ਨੇੜੇ ਉਸ ਦੀ ਮਾਂ ਖੜੀ ਹੈ, ਵੇਖ ਰਹੀ ਸੀ, ਰੋ ਰਹੀ ਸੀ। ਜਿੱਥੇ ਉਸ ਨੂੰ ਸਲੀਬ ਤੇ ਟੰਗਿਆ ਸੀ, ਮਰ ਰਿਹਾ ਪ੍ਰਭੂ, ਉਸ ਦੀ ਆਤਮਾ ਵਿੱਚ ਉਹ ਦੁਖੀ ਹੋ ਕੇ ਰੋ ਰਹੀ ਸੀ। ਹਟਕੋਰੇ ਲੈ ਲੈ ਕੇ ਫੁੱਟ ਕੇ ਤਲਵਾਰ ਉਸ ਦੀ ਜਿੰਦ ਵਿੱਚੋਂ ਫਿਰ ਰਹੀ ਸੀ। ਉਸ ਦੇ ਦੁੱਖਾਂ ਦੇ ਭਾਰ ਹੇਠ ਉਹ ਚੁੱਪਚਾਪ ਖੜੀ ਸੀ। ਉਸ ਦੀਆਂ ਅੱਖਾਂ ਉਸ ਵੱਲੋਂ ਨਹੀਂ ਹਟ ਰਹੀਆਂ ਸਨ, ਆਪਣੇ ਦੁੱਖ ਉਠਾਉਂਦੇ ਪੁੱਤਰ ਵੱਲੋਂ। ਅੱਜ ਇੱਕ ਮਾਂ-ਬਾਪ ਹੋਣ ਦੇ ਨਾਤੇ, ਅਤੇ ਇਹ ਗੱਲ ਖਾਸ ਕਰਕੇ ਮਾਵਾਂ ਬਾਰੇ ਸੱਚੀ ਹੈ, ਅਸੀਂ ਆਪਣੇ ਬੱਚਿਆਂ ਲਈ ਹਰ ਪਲ ਮਰਦੇ ਹਾਂ, ਹੈ ਕਿ ਨਹੀਂ? ਇਸ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਉਹ ਡਿੱਗਦੇ ਹਨ ਅਤੇ ਆਪਣੇ ਗੋਡਿਆਂ ਤੇ ਰਿੜ੍ਹਦੇ ਹਨ, ਅਤੇ ਅਸੀਂ ਸੋਚਦੇ ਹਾਂ ਕਿ ਅਸੀਂ ਇਸ ਵਿੱਚੋਂ ਕਿਵੇਂ ਗੁਜ਼ਰਾਂਗੇ। ਅਤੇ ਇਹ ਤਾਂ ਸਿਰਫ ਉਹਨਾਂ ਗੱਲਾਂ ਦੀ ਸ਼ੁਰੂਆਤ ਹੀ ਹੁੰਦੀ ਹੈ ਜਿਨ੍ਹਾਂ ਦਾ ਅਸੀਂ ਅਨੁਭਵ ਕਰਨਾ ਹੁੰਦਾ ਹੈ। ਮੈਂ ਮੁਬਾਰਕ ਹਾਂ ਕਿ ਪਰਮੇਸ਼ਰ ਨੇ ਮੈਨੂੰ 4 ਆਗਿਆਕਾਰੀ ਬੱਚੇ ਦਿੱਤੇ ਹਨ। ਅਸੀਂ ਵੀ ਇਹੋ ਜਿਹੇ ਪਲਾਂ ਵਿੱਚੋਂ ਗੁਜ਼ਰੇ ਹਾਂ, ਪਰ ਹੁਣ ਉਹ ਸਾਡੇ ਮਿੱਤਰਾਂ ਵਾਂਗ ਹਨ। ਅਤੇ ਇਹ ਇੱਕ ਮਹਾਨ ਗੱਲ ਹੈ ਜੋ ਤੁਸੀਂ ਕਹਿ ਸਕਦੇ ਹੋ ਜਦੋਂ ਤੁਸੀਂ ਇਸ ਵਿੱਚੋਂ ਗੁਜ਼ਰ ਕੇ ਦੂਜੇ ਪਾਸੇ ਚਲੇ ਜਾਂਦੇ ਹੋ। ਸਾਡੇ ਸਾਰੇ ਬੱਚੇ ਇੱਥੇ ਹਨ। ਅਸੀਂ ਸਾਰੇ ਇੱਕ ਦੂਜੇ ਦੇ ਚੰਗੇ ਮਿੱਤਰ ਹਾਂ। ਇਹੋ ਜਿਹੇ ਵੀ ਦਿਨ ਸਨ ਜਦੋਂ ਇਖਤਿਆਰ ਦੌਰ ਤੇ ਸੀ। ਸਾਨੂੰ ਫੈਸਲਾ ਕਰਨਾ ਸੀ ਕਿ ਇੰਚਾਰਜ ਕੌਣ ਹੈ। ਇਸ ਤਰ੍ਹਾਂ ਦੀਆਂ ਕਈ ਗੱਲਾਂ। ਪਰ ਤੁਸੀਂ ਵੇਖੋ, ਜੇ ਤੁਸੀਂ ਸੋਚਦੇ ਹੋ ਕਿ ਕਿਉਂਕਿ ਤੁਸੀਂ ਮਸੀਹ ਹੋ ਅਤੇ ਤੁਸੀਂ ਮਾਂ-ਬਾਪ ਹੋਣ ਦੇ ਇਸ ਅਨੁਭਵ ਵਿੱਚੋਂ ਬਿਨਾਂ ਕਿਸੇ ਮੁਸ਼ਕਲ ਦੇ ਗੁਜ਼ਰ ਜਾਓਗੇ, ਤਾਂ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਦਾ ਹਾਂ ਕਿ ਸਾਡੇ ਪ੍ਰਭੂ ਦੀ ਮਾਂ ਨੇ ਸਾਨੂੰ ਇਸ ਸਮਝਣ ਵਿੱਚ ਮਦਦ ਕਰਨ ਲਈ ਮਾਂ-ਬਾਪ ਹੋਣ ਦੇ ਦੁੱਖ ਦਾ ਸਾਹਮਣਾ ਕੀਤਾ ਕਿ ਇਹ ਇੱਕ ਪ੍ਰਕਿਰਿਆ ਦਾ ਹਿੱਸਾ ਹੈ, ਇੱਕ ਪ੍ਰਕਿਰਿਆ ਦਾ ਹਿੱਸਾ ਹੈ। ਰਸੂਲ ਯਹੂਨਾ ਨੇ ਆਪਣੀ ਤੀਜੀ ਪੱਤਰੀ ਵਿੱਚ ਕੁਝ ਇਹੋ ਜਿਹੀ ਗੱਲ ਆਖੀ ਜਿਸ ਦੀ ਵਿਆਖਿਆ ਆਤਮਿਕ ਤੌਰ ਤੇ ਕਰਨੀ ਚਾਹੀਦੀ ਹੈ, ਪਰ ਇਸ ਦੀ ਮਨੁੱਖੀ ਵਿਆਖਿਆ ਵੀ ਹੈ। ਉਸ ਨੇ ਕਿਹਾ, ਇਸ ਨਾਲੋਂ ਵੱਡਾ ਆਨੰਦ ਕੋਈ ਨਹੀਂ ਜੋ ਮੈਂ ਸੁਣਾ, ਭਾਈ ਮੇਰੇ ਬਾਲਕ ਸੱਚਾਈ ਉੱਤੇ ਚੱਲਦੇ ਹਨ। ਤੀਜਾ ਯਹੂਨਾ 4 ਐਤ। ਹਰ ਮਨੁੱਖੀ ਮਾਂ-ਬਾਪ ਇਹ ਗੱਲ ਜਾਣਦਾ ਹੈ। ਉਹ ਆਤਮਿਕ ਸੱਚਾਈ ਵਿੱਚ ਚੱਲਣ ਦੀ ਗੱਲ ਕਰ ਰਿਹਾ ਹੈ। ਪਰ ਤੁਹਾਡੇ ਵਿੱਚੋਂ ਕਿੰਨੇ ਜਣੇ ਜਾਣਦੇ ਹਨ ਕਿ ਜੇ ਤੁਸੀਂ ਇੱਕ ਮਾਂ-ਬਾਪ ਹੋ, ਜਦੋਂ ਤੁਹਾਡੇ ਬੱਚਿਆਂ ਬਾਰੇ ਕੋਈ ਕੁਝ ਕਹਿੰਦਾ ਹੋਵੇ ਤਾਂ ਤੁਸੀਂ ਆਪਣੇ ਮੂੰਹ ਸਜਾ ਲੈਂਦੇ ਹੋ। ਜਦੋਂ ਕੋਈ ਤੁਹਾਡੇ ਬੱਚਿਆਂ ਦੀ ਤਾਰੀਫ ਕਰਦਾ ਹੈ ਤਾਂ ਤੁਸੀਂ ਉਸ ਬਾਰੇ ਉਤਸ਼ਾਹਿਤ ਹੋ ਜਾਂਦੇ ਹੋ ਕਿ ਕਿਸੇ ਨੇ ਤੁਹਾਡੇ ਇੱਕ ਬੱਚੇ ਬਾਰੇ ਕੁਝ ਚੰਗਾ ਕਿਹਾ ਹੈ। ਮੇਰਾ ਮਤਲਬ ਹੈ ਕਿ ਸਾਡੇ ਲਈ ਇਹ ਇੱਕ ਮਹਾਨ ਗੱਲ ਹੁੰਦੀ ਹੈ। ਮੈਂ ਪੂਰੇ ਦੇਸ਼ ਵਿੱਚ ਬਾਸਕਟਬਾਲ ਖੇਡਾਂ ਅਤੇ ਫੁੱਟਬਾਲ ਖੇਡਾਂ ਵੇਖਣ ਲਈ ਜਾਂਦਾ ਹੁੰਦਾ ਸਾਂ, ਅਤੇ ਸਗੋਂ ਹੁਣ ਵੀ ਉਦਾਹਰਨ ਲਈ ਮੈਂ ਦਾਨੀਅਲ ਨੂੰ ਮਿਲਦਾ ਹਾਂ। ਕੋਈ ਆ ਕੇ ਮੈਨੂੰ ਕਹਿੰਦਾ ਹੈ, ਤੇਰਾ ਇਹ ਜਵਾਨ ਮੁੰਡਾ ਬਹੁਤ ਵਧੀਆ ਹੈ, ਇਹ ਮਹਾਨ ਹੈ, ਤੁਸੀਂ ਜਾਣਦੇ ਹੋ? ਮੈਂ ਕਹਿੰਦਾ ਹਾਂ, ਹਾਂ, ਇਹ ਮੇਰਾ ਮੁੰਡਾ ਹੈ, ਤੁਸੀਂ ਜਾਣਦੇ ਹੋ? ਜਾਂ ਜਦੋਂ ਕੋਈ ਮੇਰੀ ਬੇਟੀ ਜੈਨੀਫਰ ਜਾਂ ਮੇਰੀ ਬੇਟੀ ਜੈਨ ਜਾਂ ਮੇਰੇ ਪੁੱਤਰ ਡੇਵਿਡ ਬਾਰੇ ਕੋਈ ਕੁਝ ਵਧੀਆ ਕਹਿੰਦਾ ਹੈ, ਤਾਂ ਇਸ ਨਾਲੋਂ ਵੱਡਾ ਆਨੰਦ ਕੋਈ ਨਹੀਂ ਹੈ ਜੋ ਮੈਂ ਸੁਣਾ, ਭਾਈ ਮੇਰਾ ਬੱਚਾ ਸੱਚਾਈ ਉੱਤੇ ਚੱਲਦਾ ਹੈ। ਇਹ ਗੱਲ ਸੱਚ ਹੈ ਕਿ ਨਹੀਂ? ਇਸ ਨਾਲੋਂ ਵੱਡਾ ਦੁੱਖ ਜਾਂ ਪੀੜਾ ਕੋਈ ਨਹੀਂ ਕਿ ਤੁਸੀਂ ਕਿਸੇ ਨੂੰ ਇਹ ਕਹਿੰਦੇ ਸੁਣੋ ਕਿ ਤੁਹਾਡੇ ਬੱਚੇ ਨੇ ਕੁਝ ਅਜਿਹਾ ਕੀਤਾ ਹੈ ਜਿਸ ਨਾਲ ਪ੍ਰਭੂ ਦੀ ਅਤੇ ਤੁਹਾਡੀ ਬਦਨਾਮੀ ਹੁੰਦੀ ਹੈ। ਇਸ ਲਈ ਮਾਂ-ਬਾਪ ਹੋਣ ਦੇ ਨਾਤੇ ਥੋੜ੍ਹਾ ਬਹੁਤ ਦੁੱਖ ਆਉਣਾ ਲਾਜ਼ਮੀ ਹੈ, ਅਤੇ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਤੁਸੀਂ ਝੂਲੇ ਵਿੱਚੋਂ ਕਬਰ ਵਿੱਚ ਇਸ ਤੋਂ ਬਿਨਾਂ ਨਹੀਂ ਜਾ ਸਕਦੇ। ਤੁਹਾਡੇ ਬੱਚਿਆਂ ਦਾ ਪਾਲਣ ਪੋਸ਼ਣ ਇਸ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਤੁਹਾਡੇ ਬੱਚੇ ਇੰਨੇ ਆਗਿਆਕਾਰੀ ਹਨ ਕਿ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਹੁੰਦੀ, ਤਾਂ ਸ਼ਾਇਦ ਉਹ ਜ਼ਿੰਦਗੀ ਵਿੱਚ ਕੁਝ ਵੀ ਚੰਗਾ ਜਾਂ ਯੋਗ ਨਹੀਂ ਕਰਨਗੇ। ਕਿਉਂਕਿ ਅਸੀਂ ਇਸ ਤਰ੍ਹਾਂ ਵੀ ਵੱਡੇ ਹੁੰਦੇ ਹਾਂ ਕਿ ਨਹੀਂ, ਅਸੀਂ ਮੁਸ਼ਕਲਾਂ ਵਿੱਚ ਵੱਡੇ ਹੁੰਦੇ ਹਾਂ ਜੋ ਸਾਨੂੰ ਅਗਲੀ ਥਾਂ ਤੇ ਲੈ ਕੇ ਜਾਂਦੀਆਂ ਹਨ। ਨੰਬਰ 2, ਉਜਾੜ ਬਹਾਲ ਹੋਇਆ। ਇਸ ਲਈ ਇਹ ਭਵਿੱਖਬਾਣੀ ਦਾ ਪੂਰਾ ਹੋਣਾ ਸੀ। ਅਤੇ ਫਿਰ ਦੂਜੀ ਗੱਲ ਮੈਂ ਇਹਨਾਂ ਐਤਾਂ ਵਿੱਚ ਵੇਖਦਾ ਹਾਂ, ਇਹ ਫਿਰ ਇੱਕ ਕਿਸਮ ਦੇ ਪਿਛੋਕੜ ਵਿੱਚ ਹੈ, ਅਤੇ ਜੇ ਅਸੀਂ ਇਸ ਦਾ ਬੜੇ ਧਿਆਨ ਨਾਲ ਅਧਿਐਨ ਨਹੀਂ ਕਰਦੇ ਹਾਂ ਤਾਂ ਅਸੀਂ ਇਸ ਨੂੰ ਭੁੱਲ ਜਾਵਾਂਗਾ।
ਇੱਥੇ ਸਾਡੇ ਕੋਲ ਉਜਾੜ ਬਹਾਲ ਕੀਤਾ ਗਿਆ ਹੈ। ਇੱਕ ਉਜਾੜ ਬਹਾਲ ਕੀਤਾ ਗਿਆ ਹੈ ਅਤੇ ਅਸੀਂ ਪਹਿਲਾਂ ਹੀ ਉਜਾੜੂ ਪੁੱਤਰ ਬਾਰੇ ਗੱਲ ਕਰ ਚੁੱਕੇ ਹਾਂ। ਧੰਨਵਾਦ ਪਿਆਰੇ ਦਰਸ਼ਕੋ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਆਖੀਰ ਤੱਕ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਦੋਸਤੋ, ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਯੂਹੰਨਾ ਦੀ ਅੰਜੀਲ ਦੇ 19 ਅਧਿਆਇ ਦੀ 25 ਆਇਤ ਤੋਂ ਲੈ ਕੇ 27 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਅੱਜ ਅਸੀਂ ਪ੍ਰਭੂ ਯਿਸੂ ਜੀ ਦੀ ਮਾਤਾ ਮਰੀਅਮ ਦੇ ਬਾਰੇ ਜਾਣ ਰਹੇ ਸੀ। ਅਸੀਂ ਜਾਣਿਆ ਕਿ ਮਰੀਅਮ ਸੰਸਾਰ ਦੀ ਸਭ ਇਸਤਰੀਆਂ ਵਿੱਚੋਂ ਸਭ ਤੋਂ ਧਨ ਇਸਤਰੀ ਹੈ, ਕਿਉਂਕਿ ਉਹਦੀ ਕੁਝ ਖਾਸ ਖੂਬੀਆਂ ਕਰਕੇ ਪਰਮੇਸ਼ਰ ਪਿਤਾ ਨੇ ਮਰੀਅਮ ਨੂੰ ਪ੍ਰਭੂ ਯਿਸੂ ਜੀ ਦੇ ਜਨਮ ਦੇ ਲਈ ਵਸੀਲਾ ਬਣਾਇਆ ਸੀ। ਅਸੀਂ ਕੁਝ ਮਹੱਤਵਪੂਰਨ ਸੱਚਾਈਆਂ ਦੇ ਉੱਤੇ ਗੌਰ ਕੀਤਾ। ਸਭ ਤੋਂ ਪਹਿਲਾਂ ਅਸੀਂ ਵੇਖਿਆ ਕਿ ਭਵਿੱਖਬਾਣੀ ਪੂਰੀ ਹੋਈ। ਜਦੋਂ ਪ੍ਰਭੂ ਯਿਸੂ ਜੀ ਸਲੀਬ ਦੇ ਉੱਤੇ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਬਲੀਦਾਨ ਹੋ ਰਹੇ ਸੀ ਤਾਂ ਮਰੀਅਮ ਨੂੰ ਹੈਕਲ ਦੇ ਵਿੱਚ ਕਹੇ ਗਏ ਸ਼ਿਮਯੋਨ ਦੇ ਸ਼ਬਦ ਚੇਤੇ ਆਏ ਹੋਣਗੇ, ਜਿਹੜੇ ਕਿ ਉਹਨੇ ਉਸ ਸਮੇਂ ਆਖੇ ਸੀ ਜਦੋਂ ਯਿਸੂ ਜੀ ਉਹਨਾਂ ਦੇ ਜਨਮ ਤੋਂ ਬਾਅਦ 8ਵੇਂ ਦਿਨ ਉਹਨਾਂ ਨੂੰ ਉਹਦੇ ਕੋਲ ਲਿਆਇਆ ਗਿਆ ਸੀ। ਉਹਨੇ ਮੁਕਤੀਦਾਤੇ ਨੂੰ ਵੇਖਿਆ ਅਤੇ ਭਵਿੱਖਬਾਣੀ ਕੀਤੀ ਕਿ ਪ੍ਰਭੂ ਯਿਸੂ ਜੀ ਕਿਹੋ ਜਿਹੀ ਮੌਤ ਮਰਨਗੇ। ਸ਼ਮੂਨ ਨੇ ਮਰੀਅਮ ਨੂੰ ਉਸਦੇ ਇਸ ਦੁੱਖ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ। ਹੁਣ ਸਲੀਬ ਦੇ ਉੱਤੇ ਉਹ ਭਵਿੱਖਬਾਣੀ ਪੂਰੀ ਹੋ ਗਈ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਉਜਾੜ ਬਹਾਲ ਹੋਇਆ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਕਿਉਂਕਿ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਹੋ ਗਿਆ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ ਅਤੇ ਇਸ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਹੋਰ ਡੂੰਘਾਈ ਦੇ ਨਾਲ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਆਓ ਅਖੀਰ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਜਲਾਲੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ ਤੁਹਾਡਾ ਧੰਨਵਾਦ ਦਿੰਦੇ ਹਾਂ ਪ੍ਰਭੂ ਜੀ ਕਿ ਤੁਸੀਂ ਅੱਜ ਪ੍ਰਭੂ ਯਿਸੂ ਮਸੀਹ ਜੀ ਦੀ ਮਾਤਾ ਮਰੀਅਮ ਦੇ ਬਾਰੇ ਸਿੱਖਣ ਵਿੱਚ ਸਾਨੂੰ ਮੌਕਾ ਦਿੱਤਾ। ਅਸੀਂ ਸਿੱਖ ਸਕੇ ਕਿ ਮਰੀਅਮ ਜੋ ਪ੍ਰਭੂ ਯਿਸੂ ਮਸੀਹ ਜੀ ਦੀ ਮਾਂ ਸੀ, ਉਹ ਸਾਰੀ ਔਰਤਾਂ ਵਿੱਚੋਂ, ਸਾਰੀ ਇਸਤਰੀਆਂ ਵਿੱਚੋਂ ਧਨ ਕਹਿਲਾਈ ਗਈ, ਕਿਉਂਕਿ ਉਹਨੇ ਪ੍ਰਭੂ ਯਿਸੂ ਜੀ ਨੂੰ ਜਨਮ ਦਿੱਤਾ। ਅਸੀਂ ਜਾਣਿਆ ਕਿ ਇੱਕ ਵੱਡੀ ਭਵਿੱਖਬਾਣੀ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦੇ ਸਮੇਂ ਸੀਗੀ, ਜਿਹੜੀ ਕਿ ਮਰੀਅਮ ਨੂੰ ਉਸਦੀ ਜਾਣਕਾਰੀ ਸੀ। ਔਰ ਸਲੀਬ ਦੇ ਉੱਤੇ ਜਦੋਂ ਯਿਸੂ ਮਸੀਹ ਜੀ ਨੂੰ ਮਰਦੇ ਹੋਏ ਦੇਖਦੀ ਹੈ, ਬਲੀਦਾਨ ਹੁੰਦੇ ਹੋਏ ਦੇਖਦੀ ਹੈ, ਤਾਂ ਉਹਨੂੰ ਉਹ ਭਵਿੱਖਬਾਣੀ ਜ਼ਰੂਰ ਯਾਦ ਆਈ ਹੋਏਗੀ ਕਿ ਯਿਸੂ ਮਸੀਹ ਮਨੁੱਖੀ ਜਾਤੀ ਦੇ ਪਾਪਾਂ ਦੇ ਲਈ ਸਲੀਬ ਦੇ ਉੱਤੇ ਬਲੀਦਾਨ ਹੋਏਗਾ। ਧੰਨਵਾਦ ਕਰਦੇ ਇਸ ਅੱਛੇ ਵਚਨ ਵਾਸਤੇ ਪ੍ਰਭੂ ਯਿਸੂ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।